MA ਪ੍ਰੀਵੀਅਸ ਪੰਜਾਬੀ। ਬੇਟਾ ਅਸੀਂ ਆਪਣਾ ਜੋ ਹੈ ਆਪਣਾ 8th ਪੇਪਰ ਕਰ ਰਹੇ ਹਾਂ। ਸੈਕੰਡ ਸਮੈਸਟਰ ਵਾਲੇ ਬੱਚੇ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਕਿ ਅਸੀਂ ਆਪਣਾ 8th ਪੇਪਰ ਕਰ ਰਹੇ ਹਾਂ, ਜਿਹਦੇ 'ਚ ਅਸੀਂ ਆਪਣੇ ਵਾਦ ਕਰ ਰਹੇ ਸੀਗੇ। ਰੋਮਾਂਸਵਾਦ ਅਤੇ ਪ੍ਰਗਤੀਵਾਦ ਅਸੀਂ ਕਰ ਲਿਆ, ਅਤੇ ਅੱਜ ਅਸੀਂ ਜਿਹੜਾ ਤੀਜਾ ਵਾਦ ਕਰਨਾ ਹੈ ਉਹਦਾ ਨਾਮ ਹੈ ਯਥਾਰਥਵਾਦ। ਅਤੇ ਯਥਾਰਥਵਾਦ ਜੋ ਹੈ ਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਰੀਅਲਿਜ਼ਮ, ਜਾਂ ਇਹਦਾ ਮੀਨਿੰਗ ਲਾ ਲਓ ਤੁਸੀਂ। ਜੇਕਰ ਰੀਅਲਿਜ਼ਮ ਹੁੰਦਾ ਇਹਦਾ ਮੀਨਿੰਗ, ਰੀਅਲਿਜ਼ਮ ਹੁੰਦਾ ਜਿਵੇਂ ਜੀਵਨ ਦਾ ਜਿਹੜਾ ਕੋੜਾ ਸੱਚ ਹੁੰਦਾ ਨਾ, ਉਹਦੀ ਪੇਸ਼ਕਾਰੀ ਜੋ ਹੈ ਯਥਾਰਥਵਾਦੀ ਸਾਹਿਤ ਵਿੱਚ ਕਰਨਾ। ਅਤੇ ਜਦੋਂ ਜੀਵਨ ਦੇ ਸੱਚ ਦੀ ਕੋੜੇ ਸੱਚ ਦੀ ਪੇਸ਼ਕਾਰੀ ਯਥਾਰਥ 'ਚ ਕੀਤੀ ਜਾਂਦੀ ਹੈ ਨਾ, ਅਤੇ ਇਹ ਇੱਕ ਬੜਾ ਜਟਿਲ ਵਿਸ਼ਾ ਬਣ ਜਾਂਦਾ ਹੈ। ਕਿਉਂਕਿ ਜਿਹੜਾ ਯਥਾਰਥਵਾਦ ਹੈ ਇਹ ਇੱਕ ਅਜਿਹਾ ਵਾਦ ਹੈ ਜਿਹੜਾ ਸਾਡੀ ਜੀਵਨ ਸ਼ੈਲੀ ਨਾਲ ਜੁੜਿਆ ਹੋਇਆ ਹੈ, ਜੀਵਨ ਜਿਉਣ ਦੇ ਢੰਗ ਨਾਲ ਜੁੜਿਆ ਹੋਇਆ ਹੈ ਯਥਾਰਥਵਾਦ। ਜੋ ਅੱਜ ਦੇ ਸਾਹਿਤ ਵਿੱਚ ਲੇਖਕ ਇਹਨੂੰ ਯਥਾਰਥਵਾਦ ਨੂੰ ਕਿਵੇਂ ਪੇਸ਼ ਕਰੇਗਾ ਆਪਣੀ ਲਿਟਰੇਚਰ ਵਿੱਚ। ਜੇਕਰ ਲੇਖਕ ਜੋ ਹੈ ਚੇਤੰਨ ਹੋਏਗਾ ਅਤੇ ਉਹਦੇ ਕੋਲ ਜੋ ਹੈ ਸਮਾਜ ਦੀਆਂ ਸਮੱਸਿਆਵਾਂ ਨੂੰ ਵੇਖਣ ਲਈ ਤੀਜਾ ਨੇਤਰ ਹੋਏਗਾ। ਉਹਦਾ ਜਿਹੜਾ ਮਾਈਂਡ ਹੈ ਉਹ ਅਜਿਹੀਆਂ ਗੱਲਾਂ ਨੂੰ ਵੀ ਲੇਖਕ ਦਾ ਮਾਈਂਡ ਵੇਖ ਲੈਂਦਾ ਹੈ ਜਿਨ੍ਹਾਂ ਨੂੰ ਅਸੀਂ ਆਮ ਬੰਦੇ ਉਹਨਾਂ ਨੂੰ ਵੇਖ ਹੀ ਨਹੀਂ ਸਕਦੇ। ਲੇਖਕ ਆਪਣੇ ਲਿਟਰੇਚਰ ਦੀ ਸਫਲਤਾਪੂਰਵਕ ਯਥਾਰਥਵਾਦ ਦੀ ਸਿਰਜਣਾ ਉਦੋਂ ਹੀ ਕਰ ਸਕਦਾ ਹੈ ਜਦੋਂ ਉਹ ਚੇਤੰਨ ਪੱਧਰ 'ਤੇ ਸਮਾਜਿਕ ਬੁਰਾਈਆਂ ਨੂੰ ਉਹਨਾਂ ਨੂੰ ਸਮਝੇ, ਉਹਨਾਂ ਨੂੰ ਆਪਣੇ ਲਿਟਰੇਚਰ ਵਿੱਚ ਪੇਸ਼ ਕਰੇ। ਅਤੇ ਟੋਪਿਕ 'ਤੇ ਆ ਜਾਈਏ ਬੇਟਾ ਅਸੀਂ ਕਿ ਯਥਾਰਥਵਾਦ ਕੀ ਹੁੰਦਾ। ਯਥਾਰਥਵਾਦ ਸਾਹਿਤਕ ਸੰਦਰਭ ਵਿੱਚ ਯਥਾਰਥਵਾਦ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਫਰਾਂਸ ਵਿੱਚ 1835 ਈਸਵੀ 'ਚ ਹੋਈ। ਕਦੋਂ ਹੋਈ ਯਥਾਰਥਵਾਦ ਦੀ ਸਭ ਤੋਂ ਪਹਿਲਾਂ? ਫਰਾਂਸ ਵਿੱਚ 1835 ਈਸਵੀ ਵਿੱਚ ਯਥਾਰਥਵਾਦੀ ਸ਼ਬਦ ਦੀ ਵਰਤੋਂ ਹੋਈ। ਸਾਹਿਤਕ ਸੰਦਰਭ ਵਿੱਚ ਹੋਈ, ਨਾਲੇ ਲਿਟਰੇਚਰ ਦੇ ਸੰਦਰਭ ਵਿੱਚ। 1856 ਈਸਵੀ ਵਿੱਚ ਇੱਕ ਵਿਦਵਾਨ ਦੁਰੇਨੇ ਨੇ ਰੀਅਲਿਜ਼ਮ ਨਾਂ ਦਾ ਇੱਕ ਪੱਤਰ ਚਾਲੂ ਕੀਤਾ, ਮਤਲਬ ਕਿ ਜਿਵੇਂ ਖੋਜ ਪੱਤਰ ਹੁੰਦੇ ਨੇ ਉਵੇਂ ਦਾ ਇੱਕ ਪੱਤਰ ਚਾਲੂ ਕੀਤਾ, ਜਿਸ ਵਿੱਚ ਇਸ ਸ਼ਬਦ ਨੂੰ ਸਾਹਿਤ ਸਮੀਖਿਆ ਦੀ ਪਰਿਭਾਸ਼ਕ ਸ਼ਬਦਾਵਲੀ ਵਿੱਚ ਸ਼ਾਮਿਲ ਕਰ ਲਿਆ ਗਿਆ। ਹੁਣ ਬੇਟਾ ਤੁਸੀਂ ਤੁਹਾਨੂੰ ਯਾਦ ਹੋਏਗਾ, ਤੁਸੀਂ ਛੋਟੀਆਂ ਕਲਾਸਾਂ ਵਿੱਚ ਸਾਹਿਤਕ ਸ਼ਬਦਾਵਲੀ ਯਾਦ ਕਰਦੇ ਸੀਗੇ ਤੁਸੀਂ ਸਾਹਿਤਕ ਸ਼ਬਦਾਵਲੀ। ਉਹਦੇ 'ਚ ਵੀ ਇਹ ਰੀਅਲਿਜ਼ਮ ਸ਼ਬਦ ਹੁੰਦਾ, ਉਹਦਾ ਤੁਸੀਂ ਅਰਥ ਕਰਦੇ ਹੋ ਯਥਾਰਥਵਾਦ। ਉਹਦੇ 'ਚ ਇਹਨੂੰ ਉਸ ਵੇਲੇ ਸ਼ਾਮਿਲ ਕੀਤਾ ਗਿਆ। ਯਥਾਰਥਵਾਦੀ ਸ਼ਬਦ ਦਾ ਸੰਬੰਧ ਰਚਨਾ ਸਮੱਗਰੀ ਜਾਂ ਰਚਨਾ ਵਿਧੀ ਨਾਲੋਂ ਵਧੇਰੇ ਜੋ ਹੈ ਰਚਨਾ ਦ੍ਰਿਸ਼ਟੀ ਨਾਲ ਹੁੰਦਾ। ਯਥਾਰਥਵਾਦੀ ਜਿਹੜਾ ਲਿਟਰੇਚਰ ਹੁੰਦਾ ਨਾ, ਉਹਦਾ ਸੰਬੰਧ ਜੋ ਹੈ ਯਥਾਰਥਵਾਦੀ ਲਿਟਰੇਚਰ ਦਾ ਸੰਬੰਧ ਰਚਨਾ ਸਮੱਗਰੀ, ਕਿ ਉਹਨੇ ਰਾਈਟਰ ਨੇ ਰਚਨਾ ਦੇ ਵਿੱਚ ਕਿਹੜਾ ਮਟੀਰੀਅਲ ਪੇਸ਼ ਕਰਨਾ ਹੈ ਜਾਂ ਕਿਹੜੇ ਢੰਗ ਨਾਲ ਕਰਨਾ ਹੈ, ਇਹਦੇ ਨਾਲੋਂ ਜ਼ਿਆਦਾ ਜੋ ਹੈ ਰਾਈਟਰ ਦੀ ਰਚਨਾ ਦ੍ਰਿਸ਼ਟੀ ਇਹਦੇ ਲਈ ਜ਼ਰੂਰੀ ਹੈ ਯਥਾਰਥਵਾਦ ਲਈ। ਰਚਨਾ ਦ੍ਰਿਸ਼ਟੀ ਤੋਂ ਭਾਵ ਵੀ ਵੇਖ ਲਈਏ ਅਸੀਂ ਨਾਲੇ ਹੀ। ਰਚਨਾ ਦ੍ਰਿਸ਼ਟੀ ਤੋਂ ਭਾਵ ਹੁੰਦਾ ਹੈ ਜੀਵਨ ਕਿਵੇਂ ਪੇਸ਼ ਕੀਤਾ ਗਿਆ, ਜਿਸ ਤੋਂ ਜੀਵਨ ਦਾ ਪ੍ਰਤੱਖਣ ਕੀਤਾ ਗਿਆ ਹੈ, ਕਿ ਰਾਈਟਰ ਨੇ ਆਪਣੀ ਰਚਨਾ ਵਿੱਚ, ਆਪਣੇ ਨਾਵਲ ਵਿੱਚ, ਆਪਣੇ ਨਾਟਕ ਵਿੱਚ, ਆਪਣੀ ਨਿੱਕੀ ਕਹਾਣੀ 'ਚ ਜੀਵਨ ਨੂੰ, ਕਵਿਤਾ ਵਿੱਚ ਕਿਵੇਂ ਪੇਸ਼ ਕੀਤਾ, ਕਿਸ ਢੰਗ ਨਾਲ ਉਹਨੇ ਇਹਨੂੰ ਜੀਵਨ ਨੂੰ ਪੇਸ਼ ਕੀਤਾ, ਜਿਹਦੇ ਤੋਂ ਜੋ ਹੈ ਜੀਵਨ ਦਾ ਪ੍ਰਤੱਖਣ, ਜੀਵਨ ਨੂੰ ਉਹਨੇ ਜੋ ਹੈ ਪ੍ਰਤੱਖ ਰੂਪ ਵਿੱਚ ਕਿਵੇਂ ਵੇਖਿਆ। ਯਥਾਰਥ ਦਾ ਮਤਲਬ ਹੁੰਦਾ ਨਾ ਜਿਵੇਂ ਦਾ ਜੀਵਨ ਕਿਸੇ ਦਾ ਰਾਈਟਰ ਨੇ ਵੇਖਿਆ ਉਹਨੂੰ ਹੂ ਬਹੂ ਪੇਸ਼ ਕੀਤਾ। ਕਿਉਂਕਿ ਯਥਾਰਥ ਜੋ ਹੈ ਬਹੁਤ ਕੌੜਾ ਹੁੰਦਾ ਹੈ, ਬਹੁਤ ਔਖਾ ਹੁੰਦਾ ਹੈ ਯਥਾਰਥਕ ਜਿਹੜਾ ਜੀਵਨ। ਮਤਲਬ ਕਿ ਜਿਹੜੇ ਰਾਈਟਰ ਹੁੰਦੇ ਨੇ ਨਾ, ਆਮ ਤੌਰ 'ਤੇ ਜਦੋਂ ਉਹ ਕੁਝ ਵੀ ਨਾਵਲ, ਨਾਟਕ, ਨਿੱਕੀ ਕਹਾਣੀ ਲਿਖਦੇ ਨੇ, ਉਹ ਕਲਪਨਾ ਦਾ ਅੰਸ਼ ਪਾ ਲੈਂਦੇ ਨੇ ਉਹਦੇ 'ਚ। ਕਿਹੜਾ ਅੰਸ਼ ਪਾ ਲੈਂਦੇ ਨੇ? ਕਲਪਨਾ ਦਾ ਅੰਸ਼। ਪਰ ਯਥਾਰਥਵਾਦੀ ਜਿਹੜਾ ਲਿਟਰੇਚਰ ਹੁੰਦਾ ਹੈ ਉਹਦੇ ਵਿੱਚ ਰਾਈਟਰ ਜੋ ਹੈ ਕਲਪਨਾ ਦਾ ਅੰਸ਼ ਨਹੀਂ ਪਾਉਂਦੇ, ਅਤੇ ਉਹਨੂੰ ਜਿਵੇਂ ਦਾ ਉਹ ਵੇਖਦੇ ਨੇ ਉਸੇ ਤਰ੍ਹਾਂ ਦੀ ਜੀਵਨ ਦ੍ਰਿਸ਼ਟੀ ਉਹ ਪੇਸ਼ ਕਰਦੇ ਨੇ। ਆਧੁਨਿਕ ਯੁੱਗ ਤੋਂ ਪਹਿਲਾਂ ਸਾਹਿਤ ਵਿੱਚ ਯਥਾਰਥਵਾਦ ਨਹੀਂ ਸੀ ਹੁੰਦਾ। ਆਧੁਨਿਕ ਯੁੱਗ ਮਤਲਬ ਕਿ ਇਹ ਜੋ ਹੈ ਤੁਹਾਨੂੰ ਪਤਾ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਹੁਤ ਸਾਰੇ ਸਾਹਿਤ ਦੇ ਰੂਪ ਜਿਹੜੇ ਨੇ ਅਸੀਂ ਅੰਗਰੇਜ਼ਾਂ ਦੀ ਨਕਲ ਵਿੱਚ ਆਪਣੇ ਲਿਟਰੇਚਰ ਵਿੱਚ ਅਪਣਾਏ, ਪਹਿਲਾਂ ਨਹੀਂ ਹੁੰਦੇ ਸੀਗੇ। ਆਧੁਨਿਕ ਯੁੱਗ ਤੋਂ ਪਹਿਲਾਂ ਜਿਹੜਾ ਲਿਟਰੇਚਰ ਹੈ ਉਹਦੇ 'ਚ ਯਥਾਰਥਵਾਦ ਹੁੰਦਾ ਵੀ ਨਹੀਂ ਸੀ, ਉਹਦੀ ਪੇਸ਼ਕਾਰੀ ਹੁੰਦੀ ਵੀ ਨਹੀਂ ਸੀ।
ਕਿਉਂਕਿ ਪੁਰਾਤਨ ਜਿਹੜਾ ਲਿਟਰੇਚਰ ਹੁੰਦਾ ਸੀ ਨਾ, ਉਹਦੇ ਵਿੱਚ ਜੀਵਨ ਜੋ ਹੈ ਆਦਰਸ਼ਵਾਦੀ ਜਾਂ ਅਧਿਆਤਮਵਾਦੀ, ਜਾਂ ਤਾਂ ਕਿਸੇ ਬੰਦੇ ਨੂੰ ਆਦਰਸ਼ਵਾਦੀ ਰੂਪ ਵਿੱਚ ਪੇਸ਼ ਕੀਤਾ ਜਾਂਦਾ ਸੀ, ਜਿਵੇਂ ਕਾਦਰਿਆਰ ਜੋ ਹੈ ਪੂਰਨ ਭਗਤ ਨੂੰ ਆਦਰਸ਼ਵਾਦੀ ਨਾਇਕ ਵਜੋਂ ਪੇਸ਼ ਕਰਦਾ ਹੈ, ਜਾਂ ਕਿਸੇ ਦਾ ਜੀਵਨ ਜੋ ਹੈ ਅਧਿਆਤਮਵਾਦ ਨਾਲ ਸੰਬੰਧਿਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਸੀ। ਰਿਐਲਿਟੀ ਯਥਾਰਥਵਾਦੀ ਨਹੀਂ ਹੁੰਦਾ ਸੀ। ਅਜਿਹੇ ਸਾਹਿਤ ਵਿੱਚ ਸੰਸਾਰ ਯਥਾਰਥ ਨੂੰ ਮਾਇਆ ਸਮਝਿਆ ਜਾਂਦਾ ਸੀ। ਜਿਹੜੀ ਰਿਐਲਿਟੀ ਮਤਲਬ ਕਿ ਜੇਕਰ ਉਹ ਯਥਾਰਥਵਾਦ ਦੀ ਪੇਸ਼ਕਾਰੀ ਕਰ ਵੀ ਦਿੰਦੇ ਸੀਗੇ, ਉਹ ਤਾਂ ਉਹਨੂੰ ਮਾਇਆ ਸਮਝਦੇ ਸੀ ਕਿ ਇਹ ਤਾਂ ਜੋ ਹੈ ਮੋਹ ਮਾਇਆ ਹੈ, ਇਹਦੀ ਪੇਸ਼ਕਾਰੀ ਰਿਐਲਿਟੀ ਦੀ ਪੇਸ਼ਕਾਰੀ ਸੰਸਾਰ ਆਪਾਂ ਲਿਟਰੇਚਰ ਵਿੱਚ ਨਹੀਂ ਕਰਨੀ। ਅੱਗੇ ਹੈ, ਯਥਾਰਥਵਾਦੀ ਸਾਹਿਤ ਵਿੱਚ ਵਾਸਤਵਿਕਤਾ ਦੇ ਰੁਝਾਨ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ। ਯਥਾਰਥਵਾਦੀ ਵਰਡ ਦਾ ਜੇਕਰ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਕਿ ਇਹਦਾ ਮਤਲਬ ਕੀ ਹੈ, ਅਤੇ ਉਹਦਾ ਮਤਲਬ ਦੇਖੋ ਵਾਸਤਵਿਕਤਾ ਦਾ ਇਹਦੇ 'ਚ ਰੁਝਾਨ ਰਹਿੰਦਾ ਹੈ, ਅਤੇ ਉਸੇ ਨੂੰ ਹੀ ਜੋ ਸਾਹਿਤ ਵਿੱਚ ਸਥਾਨ ਦਿੱਤਾ ਜਾਂਦਾ ਹੈ, ਜੋ ਰਿਐਲਿਟੀ ਆਮ ਜੀਵਨ ਵਿੱਚ ਹੁੰਦੀ ਹੈ। ਆਮ ਜੀਵਨ ਵਿੱਚ ਜਿਵੇਂ ਬੰਦਾ ਦੁੱਖ ਸਹਾਰਦਾ ਹੈ, ਜਿਵੇਂ ਬੰਦਾ ਪਿੱਛੇ ਪੈਂਦਾ ਹੈ, ਜਿਵੇਂ ਬੰਦੇ ਦੇ ਖੁਸ਼ੀਆਂ ਉਹਦੇ ਜੀਵਨ ਵਿੱਚ ਆਉਣ ਭਾਵੇਂ ਦੁੱਖ ਆਉਣ, ਪਰ ਉਹ ਰਿਐਲਿਟੀ ਦੇ ਰੂਪ ਵਿੱਚ ਉਹਨਾਂ ਨੂੰ ਰਾਈਟਰ ਪੇਸ਼ ਕਰਦਾ ਹੈ। ਯਥਾਰਥ ਸ਼ਬਦ ਜੋ ਹੈ ਯਥਾ ਜਮਾ ਅਰਥ ਦਾ ਸੰਯੋਗੀ ਸ਼ਬਦ ਹੈ। ਯਥਾ ਜਮਾ ਅਰਥ ਦਾ ਸੰਯੋਗੀ ਸ਼ਬਦ ਹੈ, ਜਿਸ ਦਾ ਅਰਥ ਹੈ ਸਾਹਿਤ ਵਿੱਚ ਜੀਵਨ ਦੇ ਸੱਚ ਦੀ ਪੇਸ਼ਕਾਰੀ ਕਰਨੀ। ਜਿਸ ਦਾ ਅਰਥ ਹੈ, ਹੁਣ ਤੱਕ ਦੇਖੋ ਬੇਟਾ ਇਸ ਪੇਜ 'ਤੇ ਇਹੀਓ ਗੱਲ ਆਈ ਹੈ ਕਿ ਰਿਐਲਿਟੀ ਨੂੰ ਪੇਸ਼ ਕਰਨਾ, ਰੀਅਲਿਜ਼ਮ ਜਾਂ ਯਥਾਰਥਵਾਦੀ ਸ਼ਬਦ ਹੀ ਬਿਆਨ ਕੀਤਾ ਗਿਆ ਹੈ, ਡਿਫਾਈਨ ਕੀਤਾ ਗਿਆ ਹੈ। ਹੁਣ ਆਪਾਂ ਇੱਕ ਗੱਲ ਓਰਲੀ ਕਰ ਲਈਏ ਕਿ ਸਾਹਿਤ ਵਿੱਚ ਨਾ ਜੀਵਨ ਦੀ ਪੇਸ਼ਕਾਰੀ ਜਿਹੜੀ ਹੁੰਦੀ ਹੈ ਨਾ, ਯਥਾਰਥਵਾਦ ਜੋ ਹੈ ਦੋ ਤਰ੍ਹਾਂ ਨਾਲ ਲਿਟਰੇਚਰ ਵਿੱਚ ਪੇਸ਼ ਹੁੰਦਾ ਹੈ। ਇੱਕ ਆਲੋਚਨਾਤਮਕ ਯਥਾਰਥਵਾਦ ਹੁੰਦਾ ਹੈ, ਇੱਕ ਪ੍ਰਕਿਰਤੀਵਾਦੀ ਯਥਾਰਥਵਾਦ ਹੁੰਦਾ ਹੈ। ਅਤੇ ਯਥਾਰਥਵਾਦ ਵਿੱਚ ਨਾ ਇੱਕ ਵਰਗ ਬਣਿਆ ਬੇਟਾ ਸਾਹਿਤਕਾਰਾਂ ਦਾ, ਜਿਨ੍ਹਾਂ ਨੂੰ ਜੋ ਹੈ ਆਲੋਚਨਾਤਮਕ ਯਥਾਰਥਵਾਦੀ ਕਿਹਾ ਜਾਂਦਾ ਸੀ। ਇੱਕ ਵੱਖਰਾ ਵਰਗ ਬਣਿਆ ਜਿਨ੍ਹਾਂ ਨੂੰ ਆਲੋਚਨਾਤਮਕ ਯਥਾਰਥਵਾਦੀ ਕਿਹਾ ਜਾਂਦਾ ਸੀ, ਅਤੇ ਇੱਕ ਵਰਗ ਸੀਗਾ ਜਿਹੜਾ ਪ੍ਰਕਿਰਤੀਵਾਦੀ ਯਥਾਰਥਵਾਦ ਕਿਹਾ ਜਾਂਦਾ ਸੀ ਜਿਹਨੂੰ। ਯਥਾਰਥਵਾਦੀ ਸਾਹਿਤ ਦੇ ਵਿਕਾਸ ਵਿੱਚ ਸਭ ਤੋਂ ਵੱਧ ਭਾਗ ਜੋ ਹੈ ਨਾ, ਉਹ ਆਲੋਚਨਾਤਮਕ ਯਥਾਰਥਵਾਦੀਆਂ ਦਾ ਹੈ। ਯਥਾਰਥਵਾਦੀ ਸਾਹਿਤ ਦੇ ਵਿਕਾਸ ਵਿੱਚ ਦੋ ਵਰਗ ਬਣੇ ਨਾ, ਇਹਨਾਂ ਦੇ ਦੋ ਭਾਗਾਂ ਵਿੱਚ ਵੰਡਿਆ ਗਿਆ ਯਥਾਰਥਵਾਦ, ਪਰ ਜੋ ਜ਼ਿਆਦਾ ਜਿਨ੍ਹਾਂ ਨੇ ਇਹਦੇ 'ਚ ਯੋਗਦਾਨ ਪਾਇਆ ਉਹ ਨੇ ਆਲੋਚਨਾਤਮਕ ਯਥਾਰਥਵਾਦੀ। ਆਲੋਚਨਾਤਮਕ ਯਥਾਰਥਵਾਦੀ। ਇਹ ਇੱਕ ਪ੍ਰਸਿੱਧ ਵਿਦਵਾਨ ਹਰਜ਼ਨ ਕੀ ਲਿਖਦਾ ਹੈ? ਇੱਕ ਪ੍ਰਸਿੱਧ ਵਿਦਵਾਨ ਹਰਜ਼ਨ ਲਿਖਦਾ ਹੈ ਕਿ ਜਦੋਂ ਰੋਮਾਂਸਵਾਦ ਅਤੇ ਕਲਾਸੀਕਲਵਾਦ ਵਿਚਕਾਰ ਸੰਘਰਸ਼ ਚੱਲ ਰਿਹਾ ਸੀ, ਉਸ ਸਮੇਂ ਇੱਕ ਹੋਰ ਸ਼ਕਤੀਸ਼ਾਲੀ ਚੀਜ਼ ਉੱਭਰ ਰਹੀ ਸੀ। ਅਤੇ ਬੇਟਾ ਜਿਵੇਂ ਨਾ ਜਦੋਂ ਮੈਂ ਸਭ ਤੋਂ ਪਹਿਲਾਂ ਸਾਹਿਤਵਾਦ ਅਤੇ ਹੋਰ ਅਨੁਸ਼ਾਸਨ ਵਾਲਾ ਟੋਪਿਕ ਤੁਹਾਨੂੰ ਕਰਾਇਆ ਨਾ, ਉਹਦੇ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਇੱਕ ਵਾਦ ਤੋਂ ਬਾਅਦ ਦੂਜਾ ਵਾਦ, ਦੂਜੇ ਤੋਂ ਬਾਅਦ ਤੀਜਾ ਵਾਦ, ਅਤੇ ਫਿਰ ਜੋ ਹੈ ਜਿਹੜੇ ਪੁਰਾਣੇ ਵਾਦ ਹੁੰਦੇ ਸੀ ਉਹਨਾਂ ਵਿੱਚ ਕੁਛ ਨੁਕਸ ਕੱਢ ਦਿੱਤੇ ਜਾਂਦੇ ਸੀ ਕਿ ਫਲਾਣੇ 'ਚ ਇਹ ਕਮੀ ਸੀ, ਫਲਾਣੇ 'ਚ ਇਹ ਕਮੀ ਸੀ। ਹੁਣ ਇਹਦੇ ਤੋਂ ਪਹਿਲਾਂ ਦੋ ਵਾਦ ਆ ਚੁੱਕੇ ਸੀਗੇ, ਇੱਕ ਕਲਾਸੀਕਲਵਾਦ, ਇੱਕ ਰੋਮਾਂਸਵਾਦ। ਹੁਣ ਜੋ ਹੈ ਜਦੋਂ ਯਥਾਰਥਵਾਦ ਹੋਂਦ ਵਿੱਚ ਆਇਆ, ਅਤੇ ਫਿਰ ਵਾਦੀਆਂ ਨੇ ਜੋ ਹੈ ਰੋਮਾਂਸਵਾਦ ਨੂੰ ਵੀ ਜੋ ਹੈ ਗਲਤ ਦੱਸਿਆ ਅਤੇ ਕਲਾਸੀਕਲਵਾਦ ਨੂੰ ਵੀ ਗਲਤ ਦੱਸਿਆ, ਅਤੇ ਹੁਣ ਜੋ ਹੈ ਯਥਾਰਥਵਾਦ ਨੂੰ ਸਹੀ ਦੱਸਿਆ ਜਾ ਰਿਹਾ ਸੀ। ਰੋਮਾਂਸਵਾਦ ਅਤੇ ਕਲਾਸੀਕਲਵਾਦ ਵਿਚਕਾਰ ਸੰਘਰਸ਼ ਚੱਲ ਰਿਹਾ ਸੀ। ਉਸ ਸਮੇਂ ਇੱਕ ਹੋਰ ਸ਼ਕਤੀਸ਼ਾਲੀ ਚੀਜ਼ ਜੋ ਹੈ ਉੱਭਰ ਕੇ ਸਾਹਮਣੇ ਆਈ ਅਤੇ ਬਲ ਪ੍ਰਾਪਤ ਕਰ ਰਹੀ ਸੀ। ਉਸ ਦਾ ਇੱਕ ਪੈਰ ਕਲਾਸੀਕਲਵਾਦੀਆਂ ਦੇ ਮੋਢੇ 'ਤੇ ਸੀ ਅਤੇ ਦੂਜਾ ਪੈਰ ਜੋ ਹੈ ਰੋਮਾਂਸਵਾਦੀਆਂ ਦੇ ਮੋਢੇ 'ਤੇ ਸੀਗਾ। ਇਵੇਂ ਲੱਗਦਾ ਸੀ ਜਿਵੇਂ ਸਾਰੀ ਸ਼ਕਤੀ ਉਸ ਚੀਜ਼ ਦੇ ਹੱਥਾਂ ਵਿੱਚ ਸਿਮਟ ਕੇ ਰਹਿ ਗਈ। ਕਿਹਦੇ ਹੱਥਾਂ ਵਿੱਚ? ਯਥਾਰਥਵਾਦ ਦੇ। ਕਲਾਸੀਕਲਵਾਦ ਅਤੇ ਰੋਮਾਂਸਵਾਦ ਦੋਹਾਂ ਨੂੰ ਸਵੀਕਾਰ ਕਰਨਾ ਪਿਆ ਕਿ ਇਹਨਾਂ ਦੇ ਵਿਚਕਾਰ ਜਿਹੜੀ ਤੀਜੀ ਚੀਜ਼ ਆ ਕੇ ਖੜੀ ਹੈ, ਉਹ ਹੀ ਜੋ ਹੈ ਉਹ ਹੀ ਸ੍ਰੇਸ਼ਟ ਹੈਗੀ ਹੈ। ਮਤਲਬ ਕਿ ਇਹਨਾਂ ਦੋਵਾਂ ਨੇ ਸਵੀਕਾਰ ਕੀਤਾ, ਕਲਾਸੀਕਲਵਾਦ ਵਾਲਿਆਂ ਨੇ ਵੀ ਅਤੇ ਰੋਮਾਂਸਵਾਦ ਵਾਲਿਆਂ ਨੇ ਵੀ, ਕਿ ਯਥਾਰਥਵਾਦ ਹੀ ਸ੍ਰੇਸ਼ਟ ਹੈ ਅਤੇ ਇਸ ਨੂੰ ਆਲੋਚਨਾਤਮਕ ਯਥਾਰਥਵਾਦ ਕਿਹਾ ਜਾਣ ਲੱਗਾ। ਅਤੇ ਇਸ ਤਰ੍ਹਾਂ ਜੋ ਹੈ ਰੋਮਾਂਸਵਾਦ ਅਤੇ ਕਲਾਸੀਕਲਵਾਦ ਵਿੱਚੋਂ ਜੋ ਨਵੀਂ ਦ੍ਰਿਸ਼ਟੀ ਉੱਭਰ ਕੇ ਸਾਹਮਣੇ ਆਈ ਨਾ, ਉਹਦੇ ਸਾਹਿਤਕਾਰਾਂ ਨੇ ਜਿਹੜੀ ਮਤਲਬ ਕਿ ਉਹਦੇ ਸਾਹਿਤਕਾਰਾਂ ਦੀ ਜਿਹੜੀ ਦ੍ਰਿਸ਼ਟੀ ਸੀ, ਉਹਨਾਂ ਨੇ ਨਵੀਨ ਪੂੰਜੀਵਾਦੀ ਸਮਾਜ ਦੇ ਅੰਤਰ ਵਿਰੋਧਾਂ ਅਤੇ ਅਸੰਗਤੀਆਂ ਨੂੰ, ਮਤਲਬ ਕਿ ਜਿਹੜਾ ਨਵਾਂ ਪੂੰਜੀਵਾਦੀ ਸਮਾਜ ਉਸ ਵੇਲੇ
ਚੱਲ ਰਿਹਾ ਸੀ ਮਸ਼ੀਨੀ ਯੁੱਗ ਦੇ ਆਉਣ ਦੇ ਨਾਲ, ਉਹਦੇ ਅੰਤਰ ਵਿਰੋਧਾਂ ਨੂੰ ਬੜੀ ਨਿਡਰਤਾ ਨਾਲ ਪੇਸ਼ ਕੀਤਾ। ਫਿਰ ਲਿਟਰੇਚਰ ਵਿੱਚ ਕਿਹੜਾ ਕਿਹੜਾ ਮੈਟਰ ਪੇਸ਼ ਕੀਤਾ ਜਾਣ ਲੱਗਾ? ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਜਾਣ ਲੱਗੀ। ਪੂੰਜੀਵਾਦ ਦੇ ਵਿਕਸਿਤ ਹੋਣ ਕਾਰਨ ਸਮਾਜ ਅੰਦਰ ਅਮਾਨਵਤਾ ਵੱਧ ਗਈ ਸੀ। ਪੂੰਜੀਵਾਦ ਦੇ ਵਿਕਸਿਤ ਹੋਣ ਕਾਰਨ, ਜਿਵੇਂ ਪੂੰਜੀਵਾਦੀ ਦੇਸ਼ ਸੀਗੇ ਨਾ, ਜਿਵੇਂ ਅੰਗਰੇਜ਼ਾਂ ਨੇ ਵੀ ਭਾਰਤ 'ਤੇ ਆ ਕੇ ਕਬਜ਼ਾ ਕੀਤਾ, ਹੋਰ ਏਸ਼ੀਆ ਦੇ ਦੇਸ਼ਾਂ 'ਤੇ ਕਬਜ਼ਾ ਕੀਤਾ, ਮਤਲਬ ਕਿ ਉਹ ਜਿਹਨਾਂ ਦੇਸ਼ਾਂ 'ਤੇ ਜਾ ਕੇ ਕਬਜ਼ਾ ਕਰਦੇ ਸੀ ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਬੰਦੇ ਨਹੀਂ ਫਿਰ ਉਹ ਸਮਝਦੇ ਸੀਗੇ। ਅਮਾਨਵਤਾ ਵੱਧ ਗਈ ਸੀ, ਮਜ਼ਦੂਰਾਂ ਦਾ ਸ਼ੋਸ਼ਣ ਹੋਣ ਲੱਗਾ ਸੀ, ਅਤੇ ਇਸ ਅਮਾਨਵੀ ਵਰਤਾਰੇ ਪ੍ਰਤੀ ਆਵਾਜ਼ ਜੋ ਹੈ ਸਭ ਤੋਂ ਪਹਿਲਾਂ ਯਥਾਰਥਵਾਦੀ ਰਾਈਟਰਸ ਨੇ ਉਠਾਈ। ਅੱਗੇ ਹੈ, ਇਸ ਪੂੰਜੀਵਾਦੀ ਅਰਥ ਵਿਵਸਥਾ ਕਾਰਨ ਸਮਾਜ ਅਤੇ ਰਾਜ ਪ੍ਰਬੰਧ ਸਿਰਫ ਪੂੰਜੀਪਤੀਆਂ ਦੇ ਹੱਕ ਵਿੱਚ ਫੈਸਲੇ ਕਰਦਾ ਸੀ। ਜਿਵੇਂ ਬੇਟਾ ਦੇਖੋ ਹੁਣ ਵੀ ਗੌਰਮੈਂਟ ਜੋ ਹੈ ਐਵੇਂ ਦੀ ਹੀ ਪੂੰਜੀਪਤੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ ਨਾ, ਕਿ ਜਿਹੜੇ ਵੀ ਉੱਚ ਨਿਆਲਿਆਂ ਨੇ, ਸਰਵਉੱਚ ਨਿਆਲਿਆਂ ਨੇ ਜਿਹੜੇ ਫੈਸਲੇ ਕਰਨੇ ਨੇ ਉਹ ਜਿਵੇਂ ਗੌਰਮੈਂਟ ਚਾਹੇਗੀ ਉਹਨਾਂ ਨੇ ਉਹੀ ਫੈਸਲੇ ਕਰਨੇ ਨੇ। ਅਤੇ ਇਹੀ ਜੋ ਹੈ ਪੁਰਾਣੇ ਸਮੇਂ 'ਚ ਵੀ ਇੰਝ ਹੋਣ ਲੱਗਾ ਸੀ। ਅਤੇ ਇਸ ਵਰਤਾਰੇ ਦੇ ਵਿਰੋਧ ਵਿੱਚ ਸਭ ਤੋਂ ਪਹਿਲਾਂ ਆਵਾਜ਼ ਯਥਾਰਥਵਾਦੀਆਂ ਨੇ ਚੁੱਕੀ, ਕਿਉਂਕਿ ਇਹਨਾਂ ਦਾ ਮੰਨਣਾ ਸੀ ਕਿ ਮਨੁੱਖ ਦਾ ਸਮਾਜ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਅਤੇ ਇਸ ਲਈ ਸਮਾਜ ਵਿਚਲੀਆਂ ਕਮੀਆਂ ਨੂੰ ਜੋ ਹੈ ਉਹ ਪ੍ਰਗਟਾਉਣਾ ਜ਼ਰੂਰੀ ਹੈ। ਦੋ ਤਰ੍ਹਾਂ ਦਾ ਯਥਾਰਥਵਾਦ ਸੀਗਾ, ਆਲੋਚਨਾਤਮਕ ਅਤੇ ਪ੍ਰਕਿਰਤੀਵਾਦ। ਅਤੇ ਜਿਹੜਾ ਆਲੋਚਨਾਤਮਕ ਯਥਾਰਥਵਾਦ ਸੀਗਾ ਨਾ, ਉਹ ਯੂਰਪ ਵਿੱਚ 1820 ਦੇ ਦਹਾਕੇ 'ਚ ਵਿਕਸਿਤ ਹੋਇਆ, 1820 'ਚ। ਅਤੇ ਇਹ ਵਾਦ ਰੂਸੋ ਦੇ ਬੈਕ ਟੂ ਨੇਚਰ ਦੇ ਨਾਅਰੇ ਦੇ ਵਿਰੋਧ ਵਿੱਚ ਪੈਦਾ ਹੋਇਆ। ਹੁਣ ਤੁਹਾਨੂੰ ਯਾਦ ਹੋਏਗਾ ਕਿ ਅੱਜ ਤੋਂ ਪਹਿਲਾਂ ਜਿਹੜਾ ਅਸੀਂ ਰੋਮਾਂਸਵਾਦ ਕੀਤਾ, ਉਹ ਰੋਮਾਂਸਵਾਦ ਕਿਉਂ ਹੋਣ ਦੀ ਚਾਹਿਆ ਸੀਗਾ? ਜਦੋਂ ਰੂਸੋ ਨੇ ਨਾਅਰਾ ਦਿੱਤਾ ਬੈਕ ਟੂ ਨੇਚਰ, ਰੋਮਾਂਸਵਾਦੀ ਸਾਰੇ ਕੁਦਰਤ ਵੱਲ ਪਰਤੇ, ਪਰ ਇਹ ਉਹਦੇ ਵਿਰੋਧ ਵਿੱਚ ਪੈਦਾ ਹੋਇਆ। ਯਥਾਰਥਵਾਦੀ ਸਿਧਾਂਤ ਅਨੁਸਾਰ ਬੈਕ ਟੂ ਨੇਚਰ ਦਾ ਨਾਅਰਾ ਸਾਹਿਤਕਾਰਾਂ ਨੂੰ ਮਨੁੱਖ ਦੇ ਸਮਾਜਿਕ ਵਿਸ਼ਿਆਂ ਪ੍ਰਤੀ, ਬੈਕ ਟੂ ਨੇਚਰ ਦਾ ਨਾਅਰਾ ਉਹਨਾਂ ਨੂੰ, ਲੇਖਕਾਂ ਨੂੰ ਸਮਾਜਿਕ ਵਿਸ਼ਿਆਂ ਪ੍ਰਤੀ ਧਿਆਨ ਦੇਣ ਤੋਂ ਦੂਰ ਲੈ ਕੇ ਜਾਂਦਾ ਸੀਗਾ। 18ਵੀਂ ਸਦੀ ਦੇ ਯੂਰਪ ਦੇ ਸਾਹਿਤਕਾਰ ਇਸ ਸੰਕਲਪ ਤੋਂ ਪ੍ਰਭਾਵਿਤ ਹੋਏ ਅਤੇ ਇੱਕ ਨਵੀਂ ਕਿਸਮ ਦੇ ਯਥਾਰਥਵਾਦੀ ਸਾਹਿਤ ਦਾ ਜਨਮ ਹੋਇਆ। ਠੀਕ ਹੈ ਨਾ, ਪ੍ਰਭਾਵਿਤ ਹੋਏ ਅਤੇ ਨਵਾਂ ਲਿਟਰੇਚਰ ਆਰੰਭ ਹੋਇਆ ਲਿਖਣਾ, ਜਿਸ ਵਿੱਚ ਆਮ ਆਦਮੀ ਦੇ ਨਿੱਤ ਦਿਹਾੜੀ ਦੇ ਕਾਰ ਵਿਹਾਰ ਅਤੇ ਯਥਾਰਥਕ ਵੇਰਵਿਆਂ ਦੀ ਪੇਸ਼ਕਾਰੀ ਨੂੰ ਅਹਿਮੀਅਤ ਦਿੱਤੀ ਜਾਣ ਲੱਗੀ। ਯਥਾਰਥਵਾਦ ਕੇਵਲ ਇੱਕ ਵਾਦ ਨਹੀਂ, ਸਗੋਂ ਇਹ ਜੀਵਨ ਦਾ ਚਿੱਤਰਣ, ਜੀਵਨ ਦੀ ਆਲੋਚਨਾ ਅਤੇ ਜੀਵਨ ਦਾ ਪਥ ਪ੍ਰਦਰਸ਼ਕ ਵੀ, ਮਾਰਗ ਪ੍ਰਦਰਸ਼ਕ ਵੀ ਜੋ ਹੈ ਕਿਹਾ ਜਾਂਦਾ ਹੈ। ਸਹੀ ਕਿਸਮ ਦੇ ਯਥਾਰਥਵਾਦੀਆਂ ਦਾ ਕੰਮ ਕੇਵਲ ਜੀਵਨ ਨੂੰ ਹੂਬਹੂ ਪੇਸ਼ ਕਰਨਾ ਜਾਂ ਚਿੱਤਰਨਾ ਹੀ ਨਹੀਂ ਹੁੰਦਾ ਸੀ, ਸਗੋਂ ਮਨੁੱਖੀ ਚੇਤਨਾ ਨੂੰ ਵਿਕਸਿਤ ਵੀ ਕਰਨਾ ਹੁੰਦਾ ਸੀ। ਉਹਨਾਂ ਦਾ ਕੰਮ ਸਿਰਫ ਜੋ ਹੈ ਜੀਵਨ ਨੂੰ ਹੂਬਹੂ ਪੇਸ਼ ਕਰਨਾ ਹੀ ਨਹੀਂ ਹੁੰਦਾ ਸੀ, ਸਗੋਂ ਮਨੁੱਖੀ ਚੇਤਨਾ ਨੂੰ ਵੀ ਵਿਕਸਿਤ ਕਰਨਾ ਹੁੰਦਾ ਸੀ। ਇਹ ਨਹੀਂ ਹੈ ਕਿ ਬਸ ਰਿਐਲਿਟੀ ਪੇਸ਼ ਕਰ ਦਿੱਤੀ, ਗੱਲ ਖਤਮ, ਨਹੀਂ, ਸਗੋਂ ਬੰਦੇ ਦੀ, ਜਿਹੜੇ ਬੰਦਿਆਂ ਲਈ ਲਿਖਿਆ ਜਾ ਰਿਹਾ, ਜਿਹੜੇ ਬੰਦਿਆਂ ਦੇ ਹੱਕ ਦੇ ਲਈ ਲਿਖਿਆ ਜਾ ਰਿਹਾ, ਉਹਨਾਂ ਦੀ ਬੁੱਧੀ ਨੂੰ ਸੁਚੇਤ ਕਰਨਾ ਹੁੰਦਾ ਸੀ ਕਿ ਦੇਖੋ ਤੁਹਾਨੂੰ ਕਿੱਥੇ ਕਿੱਥੇ ਲੁੱਟਿਆ ਜਾ ਰਿਹਾ। ਠੀਕ ਹੈ ਨਾ, ਹੁਣ ਜਿਵੇਂ ਕਿਸਾਨ ਅੰਦੋਲਨ ਵਾਲੇ ਜਿਹੜੇ ਆਪਣੇ ਆਗੂ ਨੇ, ਉਹ ਲੋਕਾਂ ਨੂੰ ਅਵੇਅਰ ਕਰਦੇ ਨੇ। ਇਹ ਨਹੀਂ ਹੈ ਕਿ ਸਿਰਫ ਉਹ ਅੰਦੋਲਨ ਹੀ ਕਰ ਰਹੇ ਨੇ, ਨਾਲੇ ਉਹ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ ਕਿ ਤੁਸੀਂ ਕਿੱਥੇ ਕਿੱਥੇ ਲੁੱਟੇ ਜਾ ਰਹੇ ਹੋ। ਉਹ ਮਨੁੱਖੀ ਕਲਿਆਣ ਵੱਲ ਧਿਆਨ ਦੇਵੇ, ਮਤਲਬ ਕਿ ਉਹਨੂੰ ਅਵੇਅਰ ਕਰਦੇ ਸੀਗੇ। ਸਹੀ ਕਿਸਮ ਦੇ ਜਿਹੜੇ ਯਥਾਰਥਵਾਦੀਆਂ ਦਾ ਕੰਮ ਕੇਵਲ ਜੀਵਨ ਨੂੰ ਹੂਬਹੂ ਪੇਸ਼ ਕਰਨਾ ਨਹੀਂ, ਮਤਲਬ ਕਿ ਚੇਤਨਾ ਨੂੰ ਵੀ ਵਿਕਸਿਤ ਕਰਨਾ ਹੁੰਦਾ ਸੀ। ਉਹ ਮਨੁੱਖੀ ਕਲਿਆਣ ਵੱਲ ਧਿਆਨ ਦੇਵੇ ਅਤੇ ਮਨੁੱਖ ਨੂੰ ਪ੍ਰਗਤੀ ਦੀ ਦਿਸ਼ਾ ਵੱਲ ਲੈ ਕੇ ਜਾਵੇ। ਉਹਨਾਂ ਦਾ ਕੀ ਮੋਟਿਵ ਹੁੰਦਾ ਸੀ ਕਿ ਬੰਦੇ ਦੇ ਭਲੇ ਵੱਲ ਧਿਆਨ ਦਿੱਤਾ ਜਾਏ ਅਤੇ ਉਹਨਾਂ ਨੂੰ ਜੋ ਹੈ ਤਰੱਕੀ ਦੇ ਰਾਹ 'ਤੇ ਲੈ ਕੇ ਜਾਇਆ ਜਾਵੇ। ਹੁਣ ਬੇਟੇ ਯਥਾਰਥਵਾਦ ਦੀਆਂ ਨਾ ਕੁੱਲ 4 ਕਿਸਮਾਂ ਨੇ। ਯਥਾਰਥਵਾਦ ਦੀਆਂ 4 ਕਿਸਮਾਂ ਨੇ ਟੋਟਲ। ਪਹਿਲੀ ਕਿਸਮ ਹੈ ਪ੍ਰਕਿਰਤੀਵਾਦ। ਪ੍ਰਕਿਰਤੀਵਾਦ ਜਿਹੜੀ ਕਿਸਮ ਹੈ ਉਹਦੇ 'ਚ ਕਿਵੇਂ ਪੇਸ਼ਕਾਰੀ ਕੀਤੀ ਜਾਂਦੀ ਹੈ ਲਿਟਰੇਚਰ ਦੀ? ਜੀਵਨ ਨੂੰ ਹੂਬਹੂ ਪੇਸ਼ ਕੀਤਾ ਜਾਂਦਾ, ਨੈਚੁਰਲ ਪੇਸ਼ ਕੀਤਾ ਜਾਂਦਾ ਪ੍ਰਕਿਰਤੀਵਾਦ ਵਿੱਚ। ਫਿਰ ਨੈਕਸਟ ਹੈ ਅਤਿ ਯਥਾਰਥਵਾਦ। ਅਤਿ ਯਥਾਰਥਵਾਦ ਹੁੰਦਾ ਹੈ ਅਵਚੇਤਨ ਮਨ ਦੀ ਪੇਸ਼ਕਾਰੀ,
ਜਿਹੜਾ ਸਾਡਾ ਅਵਚੇਤਨ ਮਨ ਹੈ ਨਾ, ਇੱਕ ਤੇ ਚੇਤਨ ਹੁੰਦਾ, ਇੱਕ ਅਵਚੇਤਨ ਮਨ ਦੀ ਪੇਸ਼ਕਾਰੀ ਯਥਾਰਥਵਾਦ ਵਿੱਚ ਕੀਤੀ ਜਾਂਦੀ ਹੈ, ਜਿਹੜਾ ਮਨੋਵਿਗਿਆਨ ਨਾਲ ਵੀ ਜੁੜ ਜਾਂਦਾ ਹੈ। ਤੇ ਫਿਰ ਨੰਬਰ 3 ਹੈ ਸਮਾਜਵਾਦੀ ਯਥਾਰਥਵਾਦ। ਇਹਦੇ 'ਚ ਜੋ ਹੈ ਕਾਰਲ ਮਾਰਕਸ ਦਾ ਸੰਘਰਸ਼ ਦਾ ਵਰਗ ਸੰਘਰਸ਼ ਜੋ ਹੈ ਉਹ ਆਧਾਰ ਬਣਾਇਆ ਜਾਂਦਾ ਹੈ। ਫਿਰ ਜੋ ਹੈ ਚੌਥਾ ਹੈ ਮਨੋਵਿਗਿਆਨਿਕ ਯਥਾਰਥਵਾਦ। ਮਨੋਵਿਗਿਆਨਿਕ ਯਥਾਰਥਵਾਦ ਜਿਹਦੇ 'ਚ ਅਚੇਤ ਮਨ ਵਿੱਚ ਵਸੀਆਂ ਨਿਰਾਸ਼ਾਵਾਂ, ਸੋਚਾਂ ਅਤੇ ਰੁਕਾਵਟਾਂ ਦਾ ਵਾਸਤਵਿਕ ਚਿੱਤਰ ਪੇਸ਼ ਕੀਤਾ ਜਾਂਦਾ ਹੈ। ਇੱਕ ਯਥਾਰਥਵਾਦ ਜੋ ਹੈ ਉਹ ਹੋਰ ਵੀ ਹੁੰਦਾ ਹੈ, ਜਿਹਨੂੰ ਕਿਹਾ ਜਾਂਦਾ ਪੜ੍ਹ ਯਥਾਰਥਵਾਦ। ਪੜ੍ਹ ਯਥਾਰਥਵਾਦ ਜਿਹਦੇ 'ਚ ਪੇਂਟਿੰਗ, ਮੂਰਤੀ ਕਲਾ, ਸਾਹਿਤ ਦੇ ਖੇਤਰ ਵਿੱਚ ਨਵੇਂ ਅੰਦੋਲਨ ਦਾ ਨਾਂ ਜੋ ਹੈ, ਮਤਲਬ ਕਿ ਇਹ ਜਦੋਂ ਪੇਂਟਿੰਗ, ਮੂਰਤੀ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਆਏ ਅਤੇ ਉਹਨੂੰ ਜੋ ਹੈ ਅਤਿ ਯਥਾਰਥਵਾਦ ਕਿਹਾ ਜਾਂਦਾ ਸੀ। ਅਤਿ ਯਥਾਰਥਵਾਦ ਦਾ ਦੂਜਾ ਨਾਮ ਜੋ ਹੈ ਉਹ ਪੜ੍ਹ ਯਥਾਰਥਵਾਦ ਹੈ। ਇਸ ਵਿੱਚ ਬੌਧਿਕਤਾ ਦੀ ਥਾਂ ਨੂੰ, ਅਤਿ ਯਥਾਰਥਵਾਦ ਵਿੱਚ ਬੌਧਿਕਤਾ ਦੀ ਥਾਂ ਨੂੰ ਕਲਪਨਾ, ਬੌਧਿਕਤਾ ਦੀ ਥਾਂ 'ਤੇ ਕਲਪਨਾ ਯੂਜ਼ ਕੀਤੀ ਜਾਂਦੀ ਸੀ। ਚੇਤਨਤਾ ਦੀ ਥਾਂ 'ਤੇ ਚੇਤਨਾ ਦੀ ਥਾਂ 'ਤੇ ਅਵਚੇਤਨਾ ਨੂੰ ਮਹੱਤਵਤਾ ਦਿੱਤੀ ਜਾਂਦੀ ਸੀ। ਮਤਲਬ ਕਿ ਅਤਿ ਯਥਾਰਥਵਾਦ ਦਾ ਦੂਜਾ ਨਾਮ ਜੋ ਹੈ ਉਹ ਪੜ੍ਹ ਯਥਾਰਥਵਾਦ ਹੈ। ਹੁਣ ਆਪਾਂ ਆ ਜਾਈਏ ਲਾਸਟ 'ਚ ਕਿ ਪੰਜਾਬੀ ਸਾਹਿਤ ਵਿੱਚ ਕਿਹੜੇ ਕਿਹੜੇ ਰਾਈਟਰ ਹੋਏ ਜਿਹੜੇ ਯਥਾਰਥਵਾਦੀ ਨੇ। ਪੰਜਾਬੀ ਸਾਹਿਤ ਵਿੱਚ ਕਿਹੜੇ ਕਿਹੜੇ ਰਾਈਟਰ ਨੇ ਜਿਹੜੇ ਯਥਾਰਥਵਾਦੀ ਨੇ। ਪੰਜਾਬ ਉੱਤੇ ਆਧੁਨਿਕ ਪੱਛਮੀ ਸੰਸਕ੍ਰਿਤੀ ਦਾ ਪ੍ਰਭਾਵ ਲਗਭਗ 2 ਸਦੀਆਂ ਪਛੜ ਕੇ ਪੈਣਾ ਆਰੰਭ ਹੋਇਆ। ਇਹ ਵੀ ਬੇਟਾ ਜਿਹੜਾ ਅਸੀਂ ਆਪਣਾ ਸਭ ਤੋਂ ਪਹਿਲਾਂ ਸਾਹਿਤਵਾਦ ਅਤੇ ਹੋਰ ਅਨੁਸ਼ਾਸਨ ਟੋਪਿਕ ਕੀਤਾ ਸੀ ਨਾ, ਉਹਦੇ 'ਚ ਮੈਂ ਤੁਹਾਨੂੰ ਦੱਸਿਆ ਕਿ ਇਹ ਏਡੇ ਬਾਅਦ ਵਿੱਚ ਕਿਉਂ ਪੈਣਾ ਸ਼ੁਰੂ ਹੋਇਆ, ਕਿਉਂਕਿ ਅੰਗਰੇਜ਼ਾਂ ਨੇ ਪੜ੍ਹਾਇਆ ਲੋਕਾਂ ਨੂੰ, ਭਾਰਤੀ ਲੋਕਾਂ ਨੂੰ ਲੇਟ ਉਹਨਾਂ ਨੂੰ ਕਲਰਕ ਬਣਾਉਣ ਦੇ ਲਈ ਪੜ੍ਹਾਇਆ। ਅਤੇ 1935 ਤੱਕ ਦਾ ਸਾਡਾ ਪੰਜਾਬੀ ਸਾਹਿਤ ਜੋ ਸੀਗਾ ਨਾ, ਜਿਹਦੇ ਵਿੱਚ ਭਾਈ ਵੀਰ ਸਿੰਘ ਹੋਰੀ ਪ੍ਰਮੁੱਖ ਸੀਗੇ, ਉਹ ਧਾਰਮਿਕ, ਸੰਪਰਦਾਇਕ ਅਤੇ ਸੁਧਾਰਵਾਦੀ ਰਚਨਾਵਾਂ ਦੀ ਦ੍ਰਿਸ਼ਟੀ ਵਿੱਚ ਹੀ ਬੱਝਿਆ ਰਿਹਾ। ਇੱਕ ਸੀਮਾ ਦ੍ਰਿਸ਼ਟੀ ਸੀਗੀ, ਬਸ ਇੱਕ ਸੀਮਾ ਸੀ ਕਿ ਜਾਂ ਤਾਂ ਧਾਰਮਿਕ ਗੱਲ ਹੀ ਕਰਨੀ ਹੈ ਜਾਂ ਸੰਪਰਦਾਇਕ ਜਾਂ ਸੁਧਾਰਵਾਦੀ ਗੱਲ ਕਰਨੀ ਹੈ, ਉਹਦੇ ਤੋਂ ਵੱਧ ਕੁਛ ਨਹੀਂ ਕਰਨਾ। ਪੰਜਾਬ ਦੇ ਲਿਟਰੇਚਰ ਦੀ ਗੱਲ ਹੋ ਰਹੀ ਹੈ। ਪੰਜਾਬੀ ਸਾਹਿਤ ਵਿੱਚ ਕਵਿਤਾ ਨਾਲੋਂ ਵੱਧ ਪ੍ਰਭਾਵ ਯਥਾਰਥਵਾਦ ਦਾ ਨਾ, ਯਥਾਰਥਵਾਦੀ ਲਿਟਰੇਚਰ ਜੋ ਯਥਾਰਥਵਾਦ ਜੋ ਹੈ ਉਹਦਾ ਜ਼ਿਆਦਾ ਪ੍ਰਭਾਵ ਪੋਇਟਰੀ ਨਾਲੋਂ ਨਾਵਲ, ਨਾਟਕਾਂ 'ਤੇ ਰਿਹਾ, ਕਿਉਂਕਿ ਉਹਦੇ 'ਚ ਬੜੀ ਡਿਟੇਲ ਵਿੱਚ ਰਾਈਟਰ ਪੇਸ਼ ਕਰ ਸਕਦਾ ਹੈ ਆਪਣੀ ਵਿਚਾਰਧਾਰਾ ਨੂੰ, ਜੀਵਨ ਦ੍ਰਿਸ਼ਟੀ ਨੂੰ। ਨਾਵਲਾਂ ਉੱਤੇ ਪਿਆ, ਜਿਵੇਂ ਨਾਨਕ ਸਿੰਘ, ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਕਰਮਜੀਤ ਸਿੰਘ ਕੁੱਸਾ ਆਦਿ ਜਿਹੜੇ ਲੇਖਕ ਸੀਗੇ, ਇਹਨਾਂ ਨੇ ਸ਼ਹਿਰੀ ਮੱਧ ਸ਼੍ਰੇਣੀ ਅਤੇ ਪੇਂਡੂ ਕਿਰਸਾਨ ਦੇ ਜੀਵਨ ਵੇਰਵਿਆਂ ਦੀ ਪੇਸ਼ਕਾਰੀ ਯਥਾਰਥਕ ਢੰਗ ਨਾਲ ਆਪਣੇ ਨਾਵਲਾਂ ਵਿੱਚ ਕੀਤੀ। ਠੀਕ ਹੈ ਬੇਟਾ, ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਤੀਜਾ ਵਾਦ ਸੀਗਾ ਅੱਜ, ਕੱਲ੍ਹ ਨੂੰ ਅਸੀਂ ਅਗਲਾ ਵਾਦ ਕਰਾਂਗੇ। ਓਕੇ ਬੇਟਾ, ਥੈਂਕ ਯੂ।